ਬਿਸਮਿਲ੍ਲਾ ਰਹਿਮਾਨ ਰਹੀਮ। ਅੱਜ ਅਸੀਂ ਗੱਲ ਕਰਾਂਗੇ ਇੱਕ ਕਹਾਣੀ ਬੜੇ ਮਸ਼ਹੂਰ ਇੱਥੇ ਸਾਡੇ ਕੋਈ ਬਜ਼ੁਰਗ ਸਨ ਹਿੰਦੁਸਤਾਨ ਦੇ। ਉਹਨਾਂ ਨੇ ਇਹ ਕੁਝ ਹਕਾਇਤ ਬਿਆਨ ਕੀਤੀਆਂ ਅਤੇ ਉਹਨਾਂ ਦੇ ਇੱਕ ਮੁਰੀਦ ਨੇ ਉਹਨੂੰ ਲਿਖਿਆ। ਉਹ ਹਕਾਇਤ ਦੇ ਇਸ ਤਰ੍ਹਾਂ ਹੈ ਕਿ ਇੱਕ ਗੁਰੂ ਸੀ ਅਤੇ ਇੱਕ ਉਹਦਾ ਚੇਲਾ ਸੀ। ਔਰ ਇਹ ਹਕਾਇਤ ਨੂੰ ਜ਼ਰਾ ਧਿਆਨ ਨਾਲ ਸੁਣਿਆ ਜੇ, ਇਹ ਤੁਹਾਨੂੰ ਬੜੇ ਕੰਮ ਆਏਗੀ ਔਰ ਤੁਸੀਂ ਵੇਖੋਗੇ ਕਿ ਇਰਦ ਗਿਰਦ ਤੁਹਾਡੇ ਕੀ ਕੁਝ ਹੈਗਾ ਵੇ ਔਰ ਇਸ ਹਕਾਇਤ ਦੇ ਨਾਲ ਕਿਵੇਂ ਰਿਲੇਟ ਹੁੰਦਾ। ਗੁਰੂ ਅਤੇ ਚੇਲਾ ਸੀ ਅਤੇ ਉਹ ਜਿਹੜੇ ਇਲਾਕੇ 'ਚ ਰਹਿੰਦੇ ਸੀ ਉੱਥੇ ਭੁੱਖ ਆ ਗਈ। ਉੱਥੋਂ ਦੇ ਇੰਤਜ਼ਾਮੀਆ ਕੁਝ ਨਹੀਂ ਸੀ ਕਰਨ ਡਈ ਅਤੇ ਉਹਨਾਂ ਨੇ ਕੀ ਕੀਤਾ, ਇੱਕ ਦਿਨ ਚੇਲੇ ਨੇ ਕਿਹਾ ਕਿ ਗੁਰੂ ਜੀ ਇੱਥੋਂ ਨਿਕਲੀਏ, ਅਤੇ ਤਾਂ ਮਰ ਗਏ ਭੁੱਖੇ, ਸਾਡਾ ਕੀ ਹਾਲ ਹੋ ਗਿਆ। ਅਤੇ ਗੁਰੂ ਨੇ ਕਿਹਾ ਕਿ ਯਾਰ ਇੱਥੇ ਭੁੱਖ ਤਾਂ ਹੈਗੀ ਪਰ ਬਾਕੀ ਸ਼ੈਵਾਂ ਠੀਕ ਨੇ ਅਤੇ ਇੱਥੇ ਰੁਕ ਜਾਈਏ। ਇੱਥੇ ਦੇ ਲੋਕ ਬੁਰੇ ਨੂੰ ਬੁਰਾ ਕਹਿੰਦੇ ਨੇ ਅਤੇ ਚੰਗੇ ਨੂੰ ਚੰਗਾ ਕਹਿੰਦੇ ਨੇ, ਅਤੇ ਚਲੋ ਭੁੱਖੇ ਗੁਜ਼ਾਰਾ ਕਰ ਲਈਏ। ਚੇਲੇ ਨੇ ਕਿਹਾ ਨਹੀਂ, ਬੁਰਾ ਹੋਣ ਭੁੱਖ ਨਹੀਂ ਕੱਟੀ ਜਾਂਦੀ ਗੁਰੂ। ਉਹਨੇ ਕਿਹਾ ਠੀਕ ਹੈ। ਟੁਰ ਪਏ, ਮੰਜ਼ਲਾਂ ਮਾਰਦੇ ਮਾਰਦੇ ਇੱਕ ਇਲਾਕੇ 'ਚ ਪਹੁੰਚੇ ਅਤੇ ਉੱਥੇ ਵੇਖਿਆ ਜਨਾਬ ਫਲ ਵਾਫਰ, ਉੱਥੇ ਮਿਠਾਈਆਂ ਵਾਫਰ, ਉੱਥੇ ਸਬਜ਼ੀਆਂ ਤਾਜ਼ਾ ਔਰ ਹਰ ਸ਼ੈ ਜਿਹੜੀ ਸੀ ਉਹਦੀ ਬਹੁਤਾਤ ਕਸਰਤ ਨਾਲ ਪਈ ਅਤੇ ਬਿਲਡਿੰਗਾਂ ਵੱਡੀਆਂ ਵੱਡੀਆਂ, ਸੋਹਣੇ ਘਰ। ਉਹਨੇ ਕਿਹਾ ਕਿ ਇੱਥੇ ਟਿਕੀਏ ਗੁਰੂ। ਗੁਰੂ ਨੇ ਕਿਹਾ ਚੱਲ ਠੀਕ ਹੈ ਵੇਖ ਲੈ। ਉਹ ਚੰਦ ਦਿਨ ਬਾਅਦ ਉਹਨਾਂ ਨੇ ਵੇਖਿਆ, ਦੋਵਾਂ ਨੇ ਗੁਰੂ ਅਤੇ ਚੇਲੇ ਨੇ, ਕਿ ਹਰ ਸ਼ੈ ਦੇ ਜਿਹੜੇ ਰੇਟ ਸਨ ਨਾ ਉਹ ਇੱਕੋ ਹੀ ਸਨ ਨਿਰਖ। ਮਤਲਬ ਚੀਨੀ ਦਾ ਨਿਰਖ ਵੀ ਆਨੇ ਸੇਰ, ਆਟਾ ਵੀ ਆਨੇ ਸੇਰ, ਮਿਠਾਈ ਵੀ ਆਨੇ ਸੇਰ, ਫਲ ਵੀ ਆਨੇ ਸੇਰ। ਉਹਨੇ ਕਿ ਯਾਰ ਇਸ ਤਰ੍ਹਾਂ ਹੁੰਦਾ ਤਾਂ ਨਹੀਂ ਹੈਗਾ ਅਤੇ ਇਹ ਕੀ ਰੌਲਾ ਹੈ। ਖੈਰ ਉਹਨੇ ਗੁਰੂ ਨੇ ਕਿਹਾ ਕਿ ਭਲਿਆ ਇੱਥੋਂ ਨਿਕਲੀਏ। ਜਿੱਥੇ ਹਰ ਸ਼ੈ ਦਾ ਰੇਟ ਇੱਕੋ ਹੀ ਹੋਵੇ ਨਾ, ਉਹ ਰਹਿਣ ਵਾਲੀ ਜਗ੍ਹਾ ਨਹੀਂ ਹੁੰਦੀ। ਪਰ ਚੇਲਾ ਅੜ ਗਿਆ। ਉਹਨੇ ਕਿਹਾ ਗੁਰੂ ਜੀ ਮੈਂ ਤਾਂ ਭੁੱਖਾ ਮਾਰਿਆ ਵਾ, ਅਤੇ ਜੇ ਇੱਥੇ ਕੋਈ ਰੱਜ ਕੇ ਸਾਨੂੰ ਲੱਭਣ ਨਹੀਂ ਡਈ ਹੈ ਰੋਟੀ, ਅਤੇ ਤੁਸੀਂ ਹੁਣ ਕਹਿੰਦੇ ਜੀ ਇੱਥੋਂ ਚੱਲੀਏ, ਅਤੇ ਮੈਂ ਤਾਂ ਨਹੀਂ ਜੇ ਜਾਣਾ। ਚੇਲੇ ਨੇ ਜ਼ਿੱਦ ਕਰ ਲਈ। ਗੁਰੂ ਨੇ ਸੋਚਿਆ ਕਿ ਮੈਂ ਤਾਂ ਬੁੱਢਾ ਹੋ ਗਿਆ ਅਤੇ ਮੇਰਾ ਹੁਣ ਸਾਰਾ ਜਿਹੜਾ ਆਖਰੀ ਉਮਰ ਦਾ ਉਹ ਚੇਲਾ ਹੀ ਹੈਗਾ, ਅਤੇ ਜੇ ਮੈਂ ਇਹਦੀ ਨਾ ਮੰਨੀ, ਇਹਨੇ ਇੱਥੇ ਰਹਿ ਜਾਣਾ ਜਾਂ ਮੈਨੂੰ ਛੱਡ ਦੇਗਾ ਅਤੇ ਮੈਨੂੰ ਕਿਹਨੇ ਪੁੱਛਣਾ ਬਾਅਦ 'ਚ। ਉਹਨੇ ਕਿਹਾ ਜੀ ਠੀਕ ਹੈ, ਰਹਿ ਪਏ ਜਨਾਬ। ਰਹਿਣ ਤੋਂ ਬਾਅਦ ਹੋਇਆ ਹੈ ਕਿ ਇੱਕ ਦਿਨ ਚੇਲਾ ਜਿਹੜਾ ਸੀ ਉਹ ਬਾਜ਼ਾਰ ਗਿਆ। ਉਹਨੇ ਵੇਖਿਆ ਇੱਕ ਮਜਮਾ ਲੱਗਾ ਹੈ ਬੜਾ, ਔਰ ਉਹ ਪੁੱਛੇ ਲੋਕਾਂ ਨੂੰ ਕੀ ਹੋਣ ਡਿਆ ਵੀ ਕੀ ਹੋਣ ਡਿਆ। ਉਹ ਕਿਸੇ ਨਾਲ ਕੋਈ ਨਾ ਦੱਸੇ। ਚੇਲਾ ਹੌਲੀ 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 ਇਹਦੇ ਮਜਮੇ ਨੂੰ ਇੰਝ ਹਟਾਉਂਦਾ ਨਾ ਅਤੇ ਅਗਲੀ ਸਫ਼ ਦੇ ਵਿੱਚ ਚਲਾ ਗਿਆ। ਅਤੇ ਉੱਥੇ ਵਾ ਜਾ ਕੇ ਉਹਨੇ ਇੰਝ ਸਿਰ ਕੱਢਿਆ ਕਿ ਵੇਖੇ ਅੱਗੇ ਕੀ ਹੋਣ ਡਿਆ। ਜਿਵੇਂ ਉਹਨੇ ਇੰਝ ਸਿਰ ਕੀਤਾ ਨਾ, ਇੱਕ ਰੱਸਾ ਆਇਆ ਅਤੇ ਉਹ ਉਹਦੀ ਗਰਦਨ ਦੇ ਵਿੱਚ ਫਿੱਟ ਹੋ ਗਿਆ ਇੰਝ ਕਰਕੇ। ਚੇਲੇ ਨੇ ਕਿਹਾ ਇਹ ਕੀ ਮੁਸੀਬਤ। ਅਤੇ ਉਹਨੇ ਕਿਹਾ ਕਿ ਯਾਰ ਇਹ ਮੈਂ ਕਿਹੜੀ ਮੁਸੀਬਤ 'ਚ ਫਸ ਗਿਆ। ਵੇਖਿਆ ਉਹਨੇ ਅਤੇ ਸਾਹਮਣੇ ਬਾਦਸ਼ਾਹ ਬੈਠਾ, ਕਾਜ਼ੀ ਬੈਠੇ ਔਰ ਹੋਰ ਵੀ ਲੋਕ ਇੰਝ 'ਤੇ ਬੈਠੇ ਹੋਏ। ਚੇਲੇ ਨੇ ਕਿਹਾ ਯਾਰ ਇਹ ਕੋਈ ਮੁਕੱਦਮੇ ਦਾ ਮਾਮਲਾ ਹੈ। ਪੁੱਛਿਆ ਅਤੇ ਉਹਨੂੰ ਦੱਸਿਆ ਗਿਆ ਕਿ ਇੱਥੇ ਨਾ ਚੰਦ ਦਿਨ ਪਹਿਲੇ ਇੱਕ ਬੰਦਾ ਮਰ ਗਿਆ ਸੀ ਅਤੇ ਉਹਦਾ ਕਾਤਲ ਸੀ ਕੋਈ, ਅਤੇ ਕਾਤਲ ਫੜਿਆ ਨਹੀਂ ਗਿਆ। ਫਿਰ ਬਾਦਸ਼ਾਹ ਨੇ ਕਿਹਾ ਕਿ ਇਸ ਤਰ੍ਹਾਂ ਕਰੋ ਕਿ ਕੋਈ ਬੰਦਾ ਲੱਭੋ ਜਿਹਦੇ ਵਿੱਚ ਨਾ ਰੱਸਾ ਫਿੱਟ ਹੋ ਜਾਵੇ, ਜਿਹਦੀ ਧੌਣ ਦੇ ਵਿੱਚ। ਉਹਨਾਂ ਕਿਹਾ ਹੁਣ ਇਹ ਸਾਰਾ ਮਜਮਾ ਜਿਹੜਾ ਖਲੋਤਾ ਸੀ ਨਾ, ਸਾਰਿਆਂ ਦੀ ਧੌਣਾਂ ਦੇ ਵਿੱਚ ਰੱਸਾ ਪਾ ਕੇ ਵੇਖਿਆ ਗਿਆ ਅਤੇ ਫਿੱਟ ਨਹੀਂ ਹੋਇਆ, ਅਤੇ ਤੂੰ ਜਿਵੇਂ ਧੌਣ ਕੀਤੀ ਅਤੇ ਤੇਰੀ ਧੌਣ ਦੇ ਵਿੱਚ ਰੱਸਾ ਹੋ ਗਿਆ ਫਿੱਟ, ਅਤੇ ਭਾਈ ਤੈਨੂੰ ਹੁਣ ਅਸੀਂ ਉਹ ਕਾਤਲ ਦੇ ਬਜਾਏ ਫਾਂਸੀ ਦੇਣੀ। ਚੇਲੇ ਨੇ ਕਿਹਾ ਲੈ ਫਸ ਗਏ, ਹੁਣ ਕੀ ਕਰੀਏ। ਉਹਨੂੰ ਯਾਦ ਆਇਆ ਗੁਰੂ। ਉਹਨੇ ਗੁਰੂ ਨੂੰ ਉਹਨੇ ਕਿਹਾ ਜੀ ਇੱਕ ਮਿੰਟ ਮੇਰੀ ਗੱਲ ਸੁਣ ਲਵੋ, ਮੈਨੂੰ ਮਾਰ ਤਾਂ ਤੁਸੀਂ ਦੇਣਾ ਹੀ, ਪਰ ਮੇਰੀ ਆਖਰੀ ਇੱਕ ਖਾਹਿਸ਼ ਪੂਰੀ ਕਰ ਦਿਓ। ਉਹ ਇਹ ਕਿ ਮੇਰੇ ਗੁਰੂ ਨੂੰ ਬੁਲਾ ਦਿਓ ਅਤੇ ਮੈਂ ਉਹਨੂੰ ਮਿਲਣਾ ਚਾਹੁੰਦਾ। ਉਹਨੇ ਕਿਹਾ ਕਿੱਥੇ ਤੇਰਾ ਗੁਰੂ। ਦੱਸਿਆ ਉਹਨੇ। ਉਹ ਬੰਦਾ ਗਿਆ, ਗੁਰੂ ਨੂੰ ਲੈ ਕੇ ਆ ਗਿਆ ਅਤੇ ਗੁਰੂ ਨੇ ਆ ਕੇ ਕਿਹਾ ਵੇਖ ਮੈਂ ਤੈਨੂੰ ਪਹਿਲੇ ਹੀ ਕਿਹਾ ਸੀ ਭਲਿਆ ਕਿ ਠੀਕ ਨੇ। ਉਹਨੇ ਕਿਹਾ ਗੁਰੂ ਜੀ ਜੋ ਵੀ ਹੁਣ ਤੱਕ ਹੋ ਗਿਆ ਅਤੇ ਹੁਣ ਤੁਸੀਂ ਇਹਦਾ ਕੋਈ ਉਪਾਅ ਕਰੋ, ਮੈਨੂੰ ਇਸ ਮੁਸੀਬਤ ਤੋਂ ਬਚਾਓ। ਗੁਰੂ ਨੇ ਇਹਦੀ ਗੱਲ ਸੁਣ ਕੇ ਨਾ ਤੂੰ ਉੱਚੀ ਉੱਚੀ ਰੋਣਾ ਸ਼ੁਰੂ ਕਰਤਾ। ਫਿਰ ਉਹਨੇ ਕਿਹਾ ਕਿ ਨਹੀਂ ਇਹ ਰੱਸਾ ਤੂੰ ਨਹੀਂ ਲੈਣਾ ਆਪਣੀ ਧੌਣ ਦੇ ਵਿੱਚ, ਮੈਂ ਲਵਾਂਗਾ, ਮੈਂ ਅੱਜ ਫਾਂਸੀ ਚੜਾਂਗਾ। ਗੁਰੂ ਨੇ ਉੱਥੇ ਲੇਟਣਾ ਸ਼ੁਰੂ ਕਰਤਾ। ਉਹ ਬਾਦਸ਼ਾਹ ਨੇ ਕਿਹਾ ਕਿ ਯਾਰ ਇਹ ਕੌਣ ਆਪਦੀ ਮੌਤ, ਕਿਸੇ ਦੀ ਮੌਤ ਆਪਣੇ ਸਿਰ ਲੈਂਦਾ।
ਤੇ ਬੰਦੇ ਨੂੰ ਕੀ ਹੋਇਆ, ਕੋਈ ਗੱਲ ਹੈ ਵਿੱਚ। ਉਹਨੇ ਕਿਹਾ ਬਾਬੇ ਤੈਨੂੰ ਕੀ ਮਸਲਾ ਹੈ, ਤੇ ਤੂੰ ਕਿਉਂ ਕਹਿੰਦਾ ਕਿ ਇਹਨੂੰ ਛੱਡ ਦੇ ਤੇ ਮੈਨੂੰ ਫਾਂਸੀ ਦੇ ਦਿਓ। ਉਹਨਾਂ ਕਿਹਾ ਜੀ ਮੈਂ ਤੁਹਾਨੂੰ ਦੱਸਣਾ ਨਹੀਂ ਬਾਦਸ਼ਾਹ ਸਲਾਮਤ, ਪਰ ਇਹਦੀ ਬਜਾਏ ਨਾ ਮੈਨੂੰ ਮਾਰ ਦਿਓ। ਉਹ ਬਾਦਸ਼ਾਹ ਨੇ ਕਿਹਾ ਕਿ ਗੱਲ ਹੈ, ਉਹਨੇ ਅਲੱਗ ਲਿਜਾ ਕੇ ਉਹਨਾਂ ਕਿਹਾ ਮੈਨੂੰ ਸਹੀ ਸਹੀ ਦੱਸ, ਨਹੀਂ ਤਾਂ ਤੇਰੇ ਨਾਲ ਬੁਰਾ ਪੇਸ਼ ਆਵਾਂ। ਉਹਨੇ ਕਿਹਾ ਜੀ ਗੱਲ ਇਹ ਕਿ ਮੈਨੂੰ ਵੱਡੇ ਮੇਰੇ ਜਿਹੜੇ ਜੋਗੀ ਸਨ, ਗੁਰੂ ਸਨ, ਉਹਨਾਂ ਦੱਸਿਆ ਸੀ ਕਿ ਜਿਹੜਾ ਅੱਜ ਦੇ ਦਿਨ ਇਸ ਹਾਲਤ 'ਚ ਇਸ ਸ਼ਹਿਰ ਦੇ ਵਿੱਚ ਫਾਂਸੀ 'ਤੇ ਚੜ੍ਹਾਇਆ ਜਾਵੇਗਾ ਨਾ ਬੰਦਾ, ਉਹ ਬਗੈਰ ਹਿਸਾਬ ਕਿਤਾਬ ਦੇ ਜੰਨਤਾਂ ਤੇ ਸਵਰਗਾਂ ਦੇ ਵਿੱਚ ਜਾਏਗਾ। ਤੇ ਉਹਨੇ ਕਿਹਾ ਜੀ ਇਸ ਵਾਸਤੇ ਮੈਂ ਨਹੀਂ ਚਾਹੁੰਦਾ ਕਿ ਮੇਰਾ ਜਿਹੜਾ ਚੇਲਾ ਹੈ ਨਾ ਇਹ ਸਿੱਧਾ ਹਿਸਾਬ ਕਿਤਾਬ ਚਲਾ ਜਾਵੇ, ਤੇ ਮੈਂ ਜਿਹੜਾ ਵਾ ਨਾ ਕਿ ਮੈਂ ਜਾਵਾਂ ਇਹਦੀ ਜਗ੍ਹਾ 'ਤੇ, ਇਸ ਵਾਸਤੇ ਮੈਂ ਜ਼ਿੱਦ ਕਰਦਾ। ਬਾਦਸ਼ਾਹ ਨੇ ਕਿਹਾ ਕਿ ਇਹ ਇਜਾਜ਼ ਜਿਹੜਾ ਹੈ ਗੁਰੂ ਨੂੰ ਹੀ ਕਿਉਂ ਜਾਵੇ, ਕਿਉਂ ਨਾ ਮੈਂ ਆਪੇ ਹੀ ਜਾਵਾਂ। ਬਾਦਸ਼ਾਹ ਨੇ ਸਾਰਿਆਂ ਨੂੰ ਕਿਹਾ ਅਮਲੇ ਨੂੰ ਆਪਣੇ ਰੁਕੋ ਵੀ ਰੁਕੋ, ਇਹ ਰਸਾ ਰੁਸਾ ਲਾਓ ਸਾਰਾ ਕੁਝ, ਅਤੇ ਮੇਰੀ ਧੌਣ 'ਤੇ ਫਿੱਟ ਕਰੋ, ਇਹਨਾਂ ਨੂੰ ਛੱਡੋ ਦੋਵਾਂ ਨੂੰ, ਇਹਨਾਂ ਨੂੰ ਭਜਾਓ ਇੱਥੋਂ। ਉਹਨਾਂ ਨੂੰ ਭਜਾ ਦਿੱਤਾ। ਬਾਹਰ ਨਿਕਲ ਕੇ ਗੁਰੂ ਨੇ ਚੇਲੇ ਨੂੰ ਕਿਹਾ ਚੱਲ ਵੀ ਇੱਥੋਂ ਨਿਕਲੀਏ। ਉਹ ਦੋਵੇਂ ਉੱਥੋਂ ਭੱਜੇ ਅਤੇ ਗੁਰੂ ਨੇ ਉਹਨੂੰ ਕਿਹਾ ਇੱਕ ਗੱਲ ਸਮਝਾਈ। ਉਹਨੇ ਕਿਹਾ ਯਾਰ ਜਿਹੜੇ ਸ਼ਹਿਰ ਦੇ ਵਿੱਚ, ਜਿਹੜੇ ਮੁਲਕ ਦੇ ਵਿੱਚ ਬੁਰੇ ਭਲੇ ਦੀ ਤਮੀਜ਼ ਖਤਮ ਹੋ ਜਾਵੇ, ਜਿੱਥੇ ਸ਼ੈਵਾਂ ਇੱਕੋ ਹੀ ਰੇਟ 'ਤੇ ਹੋ ਜਾਣ, ਜਿੱਥੇ ਨੇਕੀ ਬਦੀ ਦਾ ਇਮਤਿਆਜ਼ ਨਾ ਰਹੇ, ਉੱਥੇ ਰਹਿਣਾ ਨਹੀਂ ਚਾਹੀਦਾ। ਅਤੇ ਇਹ ਕਹਾਣੀ ਨਾ ਸਮਝੋ ਤੁਸੀਂ, ਇਹਨੂੰ ਆਪਣੇ ਇਰਦ ਗਿਰਦ ਵੇਖੋ, ਘੁਮਾਓ ਜ਼ਰਾ ਜ਼ੇਨ ਆਪਣਾ, ਅਤੇ ਤੁਹਾਨੂੰ ਇਹ ਲੱਗਦਾ ਨਹੀਂ ਹੈਗਾ ਕਿ ਅਸੀਂ ਉਸੇ ਮੁਲਕ 'ਚ ਰਹਿੰਦੇ ਪਏ ਹਾਂ ਜਿੱਥੇ ਬੁਰੇ ਭਲੇ ਦੀ ਤਮੀਜ਼ ਖਤਮ ਹੋ ਗਈ, ਜਿੱਥੇ ਹਰ ਇੱਕ ਨੂੰ ਇੱਕੋ ਸੋਟੀ ਦੇ ਨਾਲ ਹੀ ਹਾਕਿਆ ਜਾ ਰਿਹਾ। ਇਹ ਨਹੀਂ ਸੋਚਿਆ ਜਾ ਰਿਹਾ ਕਿ ਇਹ ਬੰਦਾ ਜਿਹੜਾ ਹੈ ਇੱਜ਼ਤ ਵਾਲਾ, ਇਹ ਪੜ੍ਹਿਆ ਲਿਖਿਆ ਹੈ, ਇਹਦੇ ਨਾਲ ਅਸੀਂ ਮੁਜਰਮਾਂ ਵਾਲਾ ਸਲੂਕ ਨਾ ਕਰੀਏ, ਜਾਂ ਕੋਈ ਮੁਜਰਮ ਹੈ ਅਤੇ ਉਹਨੂੰ ਇਹਨਾਂ ਥਾਣਿਆਂ ਕਚਹਿਰੀਆਂ ਦੇ ਵਿੱਚ, ਜੇਲ੍ਹਾਂ ਦੇ ਵਿੱਚ, ਸਰਕਾਰੀ ਈਵਾਨਾਂ ਦੇ ਵਿੱਚ, ਪਾਰਲੀਮੈਂਟ ਦੇ ਵਿੱਚ ਉਹ ਅਸੀਂ ਇੱਜ਼ਤ ਨਾ ਦਈਏ ਜਿੰਦਾ ਉਹ ਮੁਸਤਹਿਕ ਹੀ ਨਹੀਂ ਹੈਗਾ। ਅਤੇ ਇਹ ਹੋ ਗਈਆਂ ਨੇ ਸ਼ੈਵਾਂ ਇੱਥੇ ਇੰਝ, ਅਤੇ ਇਹ ਕਹਾਣੀ ਜੇ। ਅਤੇ ਉਮੀਦ ਹੈ ਕਿ ਤੁਸੀਂ ਬੁਰੇ ਨੂੰ ਬੁਰਾ ਸਮਝਣ ਵਾਲੇ ਹੋਵੋਗੇ ਅਤੇ ਚੰਗੇ ਨੂੰ ਚੰਗਾ ਕਹੋਗੇ, ਅਤੇ ਉਹਦੀ ਬਾਂਹ ਬਾਜ਼ੂ ਵੀ ਬਣੋਗੇ। ਅਤੇ ਜਨਾਬ ਇਸੇ ਨਾਲ ਇਜਾਜ਼ਤ ਦਿਓ, ਜਿਉਂਦੇ ਰਹੋ, ਵਸਦੇ ਰਹੋ।